ਹਾਲੇਲੂਇਆ। ਖੁਦਾਵੰਦ ਪ੍ਰਭੂ ਯਿਸੂ, ਜ਼ਮੀਨ ਅਸਮਾਨ ਦੇ ਮਾਲਕ ਤੇ ਖਾਲਕ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਬਹੁਤ ਹੀ ਤਰਸ ਨਾਲ ਭਰੇ ਪਰਮੇਸ਼ਵਰ ਪ੍ਰਭੂ ਜੀ। ਅੱਜ ਦੇ ਅੱਛੇ ਤੇ ਪਿਆਰੇ ਵਚਨ ਦੇ ਲਈ ਪ੍ਰਭੂ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਜੋ ਵੀ ਅੱਜ ਅਸੀਂ ਪ੍ਰਭੂ ਸਿੱਖਣ ਲਈ ਜਾ ਰਹੇ ਮੇਰੇ ਪਿਤਾ ਪਰਮੇਸ਼ਰ ਯਿਸੂ ਜੀ। ਹਾਲੇਲੂਇਆ। ਸ਼ੁਕਰਗੁਜ਼ਾਰ ਕਰਦੇ, ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ, ਤੁਸੀਂ ਆਪਣੇ ਪੁੱਤਰ ਆਤਮਾ ਦੇ ਦੁਆਰਾ ਪ੍ਰਭੂ ਅਸੀਂ ਸਾਡੇ ਨਾਲ ਗੱਲਬਾਤ ਕਰਨਾ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਅੱਛੇ ਤੇ ਪਵਿੱਤਰ ਦਿਨ ਦੇ ਲਈ ਵੀ ਤੁਹਾਡਾ ਸ਼ੁਕਰਗੁਜ਼ਾਰ ਕਰਦੇ, ਜੋ ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦਾ ਪ੍ਰਭੂ ਜੀ। ਜੋ ਵੀ ਅੱਜ ਦਾ ਵਚਨ ਹੋਏ ਪ੍ਰਭੂ ਯਿਸੂ ਜੀ, ਹਾਲੇਲੂਇਆ, ਤੁਹਾਡੇ ਪੁੱਤਰ ਆਤਮਾ ਦੇ ਦੁਆਰਾ ਤੁਸੀਂ ਸਾਡੇ ਨਾਲ ਸਾਰਿਆਂ ਨਾਲ ਗੱਲਬਾਤ ਕਰੋ, ਤਾਂ ਕਿ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਸਿੱਖ ਸਕੀਏ ਔਰ ਤੁਹਾਡੇ ਨਾਮ ਦੀ ਜੈ ਜੈਕਾਰ ਕਰ ਸਕੀਏ ਪ੍ਰਭੂ। ਜਿੰਨੇ ਵੀ ਭੈਣ ਭਾਈ ਇਸ ਵਚਨ ਨੂੰ ਸੁਣਨ ਪ੍ਰਭੂ ਯਿਸੂ ਜੀ, ਜ਼ਿੰਦਗੀਆਂ ਬਦਲ ਜਾਣ ਮੇਰੇ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਬਹੁਤ ਹੀ ਪਿਆਰ ਨਾਲ ਭਰੇ ਪਰਮੇਸ਼ਵਰ ਤੇ ਬਹੁਤ ਹੀ ਤਰਸ ਨਾਲ ਭਰੇ ਪਰਮੇਸ਼ਰ। ਦੁਆ ਪ੍ਰਭੂ ਯਿਸੂ ਮਸੀਹ ਨਾਮ ਦੇ ਨਾਮ ਚ ਮੰਗਦੇ, ਆਮੀਨ ਆਮੀਨ ਆਮੀਨ। ਹਾਲੇਲੂਇਆ। ਖੁਦਾਵੰਦ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ। ਅੱਜ ਦਾ ਅੱਛਾ ਤੇ ਪਵਿੱਤਰ ਦਿਨ, ਸੰਡੇ ਵਾਲਾ ਦਿਨ, ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ, ਧੰਨਵਾਦ ਕਰਦੇ ਕਿ ਅਸੀਂ ਉਹਦੇ ਨਾਮ ਦੀ ਬੜਾਈ, ਉਹਦੇ ਨਾਮ ਦੀ ਮਹਿਮਾ ਕਰਦੇ ਹਾਂ, ਕਿਉਂਕਿ ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਮਸੀਹ ਨਾਸਰੀ ਹੀ ਪ੍ਰਭੂ ਹੈ। ਹਾਲੇਲੂਇਆ। ਉਸ ਤੋਂ ਬਿਨਾਂ ਹੋਰ ਕੋਈ ਪ੍ਰਭੂ ਨਹੀਂ ਹੈ ਮੇਰੇ ਜੀਜੋ। ਹਾਲੇਲੂਇਆ। ਉਹੀ ਹੈ ਸਾਡਾ ਆਦ ਔਰ ਅੰਤ, ਅਲਫਾ ਔਰ ਓਮੇਗਾ, ਅਗਲਾ ਔਰ ਪਿਛਲਾ ਪ੍ਰਭੂ ਯਿਸੂ ਮਸੀਹ ਨਾਸਰੀ ਹੈ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਸਭ ਪ੍ਰਭੂ ਦੇ ਨਾਮ ਨੂੰ ਪੁਕਾਰਦੇ, ਹਰ ਜਗ੍ਹਾ ਦੇ ਉੱਪਰ ਪ੍ਰਭੂ ਦੇ ਨਾਮ ਦਾ ਪ੍ਰਚਾਰ ਹੁੰਦਾ, ਹਰ ਜਗ੍ਹਾ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਵਡਿਆਈ ਹੁੰਦੀ, ਕਿਉਂਕਿ ਉਹ ਪ੍ਰਭੂ ਆ। ਇਸ ਕਰਕੇ ਲੋਕ ਜਿਹੜੇ ਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਹਰ ਜਗ੍ਹਾ ਦੇ ਉੱਪਰ, ਹਰ ਆਲ ਵਰਲਡ ਦੇ ਵਿੱਚ, ਚਰਚਾਂ ਦੇ ਵਿੱਚ, ਹਰ ਜਗ੍ਹਾ ਦੇ ਉੱਪਰ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੁੰਦੀ ਆ। ਇਸ ਕਰਕੇ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਅਸੀਂ ਕਿ ਅਸੀਂ ਜਿਹੜਾ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਕਰਦੇ ਹਾਂ। ਇਹ ਪਰਮੇਸ਼ਰ ਦੀ ਬਹੁਤ ਵੱਡੀ ਕਿਰਪਾ ਆ, ਇਹ ਪਰਮੇਸ਼ਰ ਦਾ ਬਹੁਤ ਵੱਡਾ ਪਿਆਰ ਆ ਮੇਰੇ ਜੀਜੋ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਯਿਸੂ ਨਾਸਰੀ ਹੀ ਪ੍ਰਭੂ। ਹਾਲੇਲੂਇਆ। ਅੱਜ ਪਰਮੇਸ਼ਰ ਦੇ ਵਚਨ ਦੇ ਵਿੱਚ ਆਪਾਂ ਦੇਖਣਾ ਹੈ ਕਿ ਮਤੀ ਦੀ ਅੰਜੀਲ, ਉਹਦਾ 18 ਬਾਪ, ਉਹਦੀ 15 ਆਇਤ ਆਪਾਂ ਪਰਮੇਸ਼ਰ ਦੇ ਵਚਨ 'ਚ ਦੇਖਣਾ ਹੈ। ਲਿਖਿਆ ਕਿ ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾ ਉਹਦੇ ਸੰਗ ਇਕੱਲਾ ਹੋ ਕੇ ਉਹਨੂੰ ਸਮਝਾ ਦੇ, ਜੇ ਉਹ ਤੇਰੀ ਸੁਣੇ ਤਾਂ ਆਪਣੇ ਭਾਈ ਨੂੰ ਤੂੰ ਖੱਟ ਲਿਆ। ਹਾਲੇਲੂਇਆ। ਮੇਰੇ ਜੀਜੋ, ਪਰਮੇਸ਼ਰ ਦੇ ਵਚਨ ਲਿਖਿਆ, ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਉਹਦੇ ਕੋਲ ਇਕੱਲਾ ਜਾ, ਜੇ ਉਹ ਤੇਰੀ ਸੁਣੇ ਤਾਂ ਤੂੰ ਉਹਨੂੰ ਖੱਟ ਲਿਆ ਮੇਰੇ ਜੀਜੋ। ਹਾਲੇਲੂਇਆ। ਮੇਰੇ ਜੀਜੋ, ਜੇਕਰ ਸਾਡੇ ਕੋਈ ਵਿਰੁੱਧ ਕੋਈ ਗੁਨਾਹ ਕਰਦਾ ਜਾਂ ਸਾਡੇ ਲਈ ਕੋਈ ਐਸਾ ਸੋਚਦਾ ਹੈ ਜਾਂ ਕੋਈ ਗੁਨਾਹ ਕਰਦਾ ਹੈ, ਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ, ਉਹ ਇੱਥੇ ਸਾਨੂੰ ਕਹਿੰਦੇ ਕਿ ਜਾ ਤੂੰ ਆਪਣੇ ਭਾਈ ਨੂੰ ਦੇ ਕੋਲ ਜਾ, ਅਲੱਗ ਜਾ ਉਹਦੇ ਕੋਲ, ਉਹਨੂੰ ਸਮਝਾ ਦੇ, ਜੇ ਤੇਰੀ ਉਹ ਸੁਣ ਲੈ ਤਾਂ ਤੁਹਾਨੂੰ ਖੱਟ ਲਿਆ ਮੇਰੇ ਜੀਜੋ। ਹਾਲੇਲੂਇਆ। ਮੇਰੇ ਜੀਜੋ, ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਵਿੱਚ ਹੋ ਕੇ ਸਾਨੂੰ ਇੱਕ ਦੂਜੇ ਨੂੰ ਮਾਫ ਕਰਨਾ ਜਿਹੜਾ ਆ ਬਹੁਤ ਹੀ ਜ਼ਰੂਰੀ ਹੈ। ਜੇ ਕੋਈ ਸਾਡਾ ਕੋਈ ਗੁਨਾਹ ਵੀ ਕਰਦਾ ਹੈ, ਤਾਂ ਜੇਕਰ ਉਹ ਮੰਨ ਲੈਂਦਾ ਹੈ ਕਿ ਮੈਂ ਗੁਨਾਹ ਕੀਤਾ ਹੈ, ਤਾਂ ਮੇਰੇ ਜੀਜੋ ਪ੍ਰਭੂ ਯਿਸੂ ਮਸੀਹ ਕਹਿੰਦੇ ਆ ਕਿ ਤੁਸੀਂ ਵੀ ਉਹਨੂੰ ਮਾਫ ਕਰ ਲਿਓ। ਤੇ ਜਿਸੇ ਤਰ੍ਹਾਂ ਲਿਖਿਆ ਹੈ ਕਿ ਜੇ ਤੇਰਾ ਭਾਈ ਤੇਰੀ ਸੁਣ ਲੈ ਤੇ ਇਕਰਾਰ ਕਰੇ ਕਿ ਮੈਂ ਗੁਨਾਹ ਕੀਤਾ, ਤਾਂ ਤੂੰ ਉਸ ਭਾਈ ਨੂੰ ਖੱਟ ਲਿਆ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਸਾਨੂੰ ਹਮੇਸ਼ਾ ਜਿਹੜਾ ਆ ਉਹ ਆਪਣੇ ਭਾਈਆਂ ਦੇ ਨਾਲ ਮਿਲ ਕੇ ਸਾਨੂੰ ਅਲੱਗ ਹੋ ਕੇ ਉਹਨੂੰ ਸਮਝਾਉਣਾ ਚਾਹੀਦਾ ਹੈ। ਪਰ ਜੇ ਉਹ ਮੰਨ ਲਵੇ ਤਾਂ ਪਰਮੇਸ਼ਰ ਪ੍ਰਭੂ ਯਿਸੂ ਜੀ ਕਹਿੰਦੇ ਤੁਸੀਂ ਉਹਨੂੰ ਖੱਟ ਲਿਆ ਹੈ। ਹਾਲੇਲੂਇਆ। ਪਰ ਜੇ ਨਾ ਸੁਣੇ ਤਾਂ ਤੂੰ ਇੱਕ ਜਾਂ ਦੋ ਜਣੇ ਆਪਣੇ ਨਾਲ ਹੋਰ ਲੈ ਕੇ ਹਰੇਕ ਗੱਲ 2 ਜਾਂ 3 ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ ਤਾਂ ਫਿਰ ਕਹਿੰਦੇ ਜੇ ਉਹ ਫਿਰ ਵੀ ਨਾ ਸੁਣੇ, ਹਾਲੇਲੂਇਆ, ਫਿਰ ਵੀ ਨਾ, ਫਿਰ ਤੁਸੀਂ 1 ਜਾਂ 2 ਜਣਿਆਂ ਨੂੰ ਹੋਰ ਨਾਲ ਲੈ ਕੇ ਜਾਓ, ਤਾਂ ਜੇ ਉਹ 2 ਜਾਂ 3 ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। ਹਾਲੇਲੂਇਆ। 2 ਜਾਂ 3 ਤੂੰ ਜਾ, ਜੇਕਰ ਉਹ 2 ਜਾਂ 3 ਗਵਾਹਾਂ ਦੇ ਦੁਆਰਾ ਜੇ ਉਹ ਮੰਨ ਲਵੇ ਤਾਂ ਫਿਰ ਵੀ ਤੂੰ ਉਹਨੂੰ ਖੱਟ ਲਿਆ। ਹਾਲੇਲੂਇਆ। ਫਿਰ ਵੀ 2-3 ਗਵਾਹਾਂ ਦੇ ਨਾਲ ਤੂੰ ਉਹਨੂੰ ਲੈ ਕੇ ਜਾ, ਜੇਕਰ ਉਹ ਤੇਰੀ ਸੁਣੇ। ਹਾਲੇਲੂਇਆ। ਅੱਗੇ ਲਿਖਿਆ, ਜੇ ਉਹ ਉਹਨਾਂ ਦੀ ਵੀ ਨਾ ਸੁਣੇ ਤਾਂ ਕਲੀਸਿਆ ਨੂੰ ਖਬਰ ਕਰ ਦੇ, ਜੇ ਉਹ ਉਹਨਾਂ ਦੀ ਵੀ ਨਾ ਸੁਣਨ, ਪਰਮੇਸ਼ਰ ਦੇ ਵਚਨ ਹੈ, ਜੇਕਰ ਉਹਨਾਂ ਦੀ ਵੀ ਨਾ ਸੁਣੇ ਤਾਂ ਤੂੰ ਕੀ ਕਰਦੇ, ਤੇ ਕਲੀਸਿਆ ਨੂੰ ਖਬਰ ਕਰ ਦੇ। ਕਲੀਸਿਆ ਦੇ ਲੋਕ ਜਿਹੜੇ ਆ ਉਹ ਉਹਨੂੰ ਸਮਝਾਉਣ। ਹਾਲੇਲੂਇਆ। ਖਬਰ ਕਰ ਦੇ। ਹਾਲੇਲੂਇਆ। ਫਿਰ ਜੇ ਉਹ ਕਲੀਸਿਆ ਦੀ ਵੀ ਨਾ ਸੁਣੇ ਤਾਂ ਤੇਰੇ ਅੱਗੇ ਪਰਾਈ ਕੌਮ ਵਾਲੇ ਵੀ ਮਸੂਲੀਏ ਵਰਗਾ ਹੋਵੇ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਭਈ ਜੋ
ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਤਾਂ ਸਵਰਗ ਦੇ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਸਵਰਗ ਵਿੱਚ ਖੋਲਿਆ ਜਾਵੇਗਾ। ਮੇਰੇ ਚੀਚੋ, ਜੇ ਉਹਨਾਂ ਦੀ ਵੀ ਨਾ ਸੁਣੇ ਤਾਂ ਫਿਰ ਕੀ ਲਿਖਿਆ? ਪਰਮੇਸ਼ਰ ਦੇ ਵਚਨ ਲਿਖਿਆ, ਜੇ ਤੁਹਾਨੂੰ ਮੈਂ ਤੁਹਾਨੂੰ ਸੱਤ ਆਖਦਾ, ਪਰਮੇਸ਼ਰ ਜੀ ਕਹਿੰਦੇ ਆ, ਪ੍ਰਭੂ ਯਿਸੂ ਮਸੀਹ ਨਾਸਰੀ ਤੇ ਪਰਮੇਸ਼ਰ ਦਾ ਵਚਨ ਜਿਹੜਾ ਆ ਸਾਨੂੰ ਕਹਿੰਦੇ ਕਿ ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਹਾਲੇਲੂਇਆ, ਕਿ ਲਿਖਿਆ ਕਿ ਮੈਂ ਤੁਹਾਨੂੰ ਸੱਤ ਆਖਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨੋਗੇ ਤਾਂ ਸਵਰਗ ਵਿੱਚ ਬੰਨਿਆ ਜਾਵੇਗਾ। ਜੋ ਕੁਝ ਵੀ ਤੁਸੀਂ ਧਰਤੀ ਦੇ ਉੱਤੇ ਬੰਨੋਗੇ ਤਾਂ ਸਵਰਗ ਵਿੱਚ ਲਿਖਿਆ ਸਵਰਗ ਵਿੱਚ ਬੰਨਿਆ ਜਾਵੇਗਾ, ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲੋਗੇ ਉਹ ਸਵਰਗ ਵਿੱਚ ਖੋਲਿਆ ਜਾਵੇਗਾ। ਅਤੇ ਫਿਰ ਮੈਂ ਤੁਹਾਨੂੰ ਆਖਦਾ ਹਾਂ, ਜੋ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਕੰਮ ਲਈ ਮਿਲ ਕੇ ਬੇਨਤੀ ਕਰਨ ਤਾਂ ਜੋ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਹੈ ਉਹਨਾਂ ਲਈ ਕੀਤੀ ਜਾਵੇ। ਤਾਂ ਕਿਉਂ ਜੋ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਉੱਥੇ ਮੈਂ ਉਹਨਾਂ ਵਿੱਚ ਹਾਜ਼ਰ ਹਾਂ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਫਿਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਦੋ ਜਾਂ ਤਿੰਨ ਜਣੇ ਇੱਕ ਜਗ੍ਹਾ ਦੇ ਉੱਪਰ ਇਕੱਠੇ ਹੋ ਕੇ, ਹਾਲੇਲੂਇਆ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਇੱਥੇ ਕਹਿੰਦੇ ਕਿ ਸਾਨੂੰ ਭੀੜਾਂ ਦੀ ਲੋੜ ਨਹੀਂ ਆ। ਸਾਨੂੰ ਜੇ ਭੀੜਾਂ ਦੀ ਲੋੜ ਨਹੀਂ ਆ, ਜੇਕਰ ਦੋ ਜਾਂ ਤਿੰਨ ਮੇਰੇ ਨਾਂ ਦੇ ਵਿੱਚ ਇਕੱਠੇ ਹੋ ਕੇ ਇੱਕ ਜਗ੍ਹਾ ਦੇ ਉੱਪਰ ਕਿਸੇ ਕੰਮ ਦੇ ਲਈ ਵੀ ਮੇਰੇ ਪਿਤਾ ਦੇ ਕੋਲੋਂ ਫਰਿਆਦ ਕਰਨਗੇ, ਦੁਆ ਕਰਨਗੇ, ਤੇ ਮੈਂ ਉਹਨਾਂ ਦੀ ਸੁਣਾਂਗਾ। ਮੇਰੇ ਚੀਜ਼ੋਂ ਹਾਲੇਲੂਇਆ। ਇਹ ਨਹੀਂ ਆ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਜਿੱਥੇ ਭੀੜਾਂ ਦੀਆਂ ਭੀੜਾਂ ਹਨ ਉੱਥੇ ਮੈਂ ਉਹਨਾਂ ਦੀ ਸੁਣਾਂਗਾ। ਨਹੀਂ, ਪਰਮੇਸ਼ਰ ਦੇ ਵਚਨ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੋਣ, ਹਾਲੇਲੂਇਆ, ਰਲ ਕੇ ਦੁਆ ਕਰਨ, ਤਾਂ ਕੀ ਆ ਕਿ ਜਿਹੜਾ ਮੇਰੇ ਪਿਤਾ ਵੱਲੋਂ ਜਿਹੜਾ ਸਵਰਗ ਵਿੱਚ ਆ ਉਹਨਾਂ ਲਈ ਕੀਤਾ ਜਾਵੇਗਾ। ਕਿਉਂ ਜੋ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਇਕੱਠੇ ਹੋਣ ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ। ਹਾਲੇਲੂਇਆ। ਮੇਰੇ ਜੋ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜਿੱਥੇ ਭੀੜਾਂ ਦੀਆਂ ਭੀੜਾਂ ਆ ਉੱਥੇ ਪ੍ਰਭੂ ਯਿਸੂ ਮਸੀਹ ਆਉਂਦੇ। ਨਹੀਂ, ਪਰਮੇਸ਼ਰ ਦੇ ਵਚਨ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ 'ਚ ਇਕੱਠੇ ਹੋਣ ਉੱਥੇ ਮੈਂ ਹਾਜ਼ਰ ਤੇ ਨਾਜ਼ਰ ਹਾਂ, ਮੈਂ ਉਹਨਾਂ ਦੇ ਵਿਚਕਾਰ ਹਾਂ। ਮੇਰੇ ਚੀਜ਼ੋ ਹਾਲੇਲੂਇਆ। ਇਸ ਕਰਕੇ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ ਕੇ ਸਾਨੂੰ ਜਿੱਥੇ ਦੋ ਜਾਂ ਤਿੰਨ ਆ, ਸਾਨੂੰ ਉੱਥੇ ਵੀ ਪਰਮੇਸ਼ਰ ਜਿਹੜਾ ਸਾਡੇ ਵਿੱਚ ਆਪਣੇ ਪੁੱਤਰ ਆਤਮਾ ਦੇ ਦੁਆਰਾ ਆ ਜਾਂਦੇ ਆ। ਹਾਲੇਲੂਇਆ। ਉਹਨਾਂ ਦੇ ਵਿਚਕਾਰ ਹੁੰਦੇ ਆ। ਹਾਲੇਲੂਇਆ। ਹਾਲੇਲੂਇਆ। ਇਸ ਕਰਕੇ ਫਿਰ ਦੇਖੋ ਪਤਰਸ ਜਿਹੜਾ ਆ, ਪਰਮੇਸ਼ਰ ਯਿਸੂ ਮਸੀਹ ਨੂੰ ਕੀ ਕਹਿ ਰਿਹਾ? ਪਤਰਸ ਨੇ ਕੋਲ ਆਣ ਕੇ ਉਹਨਾਂ ਨੂੰ ਆਖਿਆ, ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਅਤੇ ਮੈਂ ਉਹਨੂੰ ਮਾਫ ਕਰਾਂ? ਮੇਰੇ ਜੀ ਪਤਰਸ ਤੇ ਆਣ ਕੇ ਕਹਿੰਦਾ, ਪ੍ਰਭੂ ਜੀ, ਮੇਰਾ ਭਾਈ ਕਿੰਨੀ ਵਾਰੀ ਪਾਪ ਕਰੇ ਤਾਂ ਮੈਂ ਉਹਨੂੰ ਮਾਫ ਕਰ ਦਿਆਂ। ਹਾਲੇਲੂਇਆ। ਤਾਂ ਇੱਥੇ ਪਰਮੇਸ਼ਰ ਪ੍ਰਭੂ ਯਿਸੂ ਕੀ ਕਹਿੰਦਾ ਕਿ ਮੇਰਾ ਭਾਈ ਕਿੰਨੀ ਵਾਰੀ ਮੇਰਾ ਪਾਪ ਕਰੇ ਤੇ ਮੈਂ ਉਹਨੂੰ ਮਾਫ ਕਰ ਦਿਆਂ? ਕਿ 7 ਵਾਰ ਤਿੱਕਰ? ਪਤਰਸ ਕਹਿੰਦਾ ਕਿ 7 ਵਾਰ ਤਿੱਕਰ? ਤੇ ਯਿਸੂ ਨੇ ਉਹਨੂੰ ਕਿਹਾ, ਨਹੀਂ, ਮੈਂ ਤੈਨੂੰ ਸੱਚ ਆਖਦਾ ਹਾਂ ਕਿ 70 ਦੇ 7 ਗੁਣਾ ਤਿੱਕਰ, ਹਾਲੇ 70 ਦੇ 7 ਗੁਣਾ ਤਿੱਕਰ ਤੂੰ ਉਹਨੂੰ ਮਾਫ ਕਰਨਾ ਹੈ। ਹਾਲੇਲੂਇਆ। ਜੇਕਰ ਤੁਹਾਡੇ ਕੋਲ ਕੋਈ ਮਾਫੀ ਮੰਗਦਾ ਹੈ ਤਾਂ ਜੇ ਕੋਈ ਤੁਹਾਡਾ ਭਾਈ ਕੋਈ ਗੁਨਾਹ ਕਰਦਾ ਹੈ ਜਾਂ ਕੋਈ ਗੁਨਾਹ ਕਰਦਾ ਹੈ, ਤੇ ਜੇਕਰ ਤੁਹਾਡੇ ਕੋਲੋਂ ਮਾਫੀ ਮੰਗਦਾ ਹੈ ਤੇ ਉਹਨੇ ਪਰਮੇਸ਼ਰ ਪ੍ਰਭੂ ਯਿਸੂ ਨੇ ਕਿਹਾ 7 ਵਾਰ ਨਹੀਂ ਬਲਕਿ 7 ਦੇ 70 ਵਾਰ। ਹਾਲੇਲੂਇਆ। ਹਾਲੇ ਇਹਦਾ ਮਤਲਬ ਕੀ ਹੈ? 7 ਦੇ 70 ਵਾਰ ਤੁਸੀਂ ਕੀ ਆ? ਮਾਫ ਕਰਨਾ ਹੈ। ਮੇਰੇ ਜੀ ਹਾਲੇਲੂਇਆ। ਯਿਸੂ ਨੂੰ ਕਿਹਾ ਕਿ 7 ਦੇ 70 ਤਿੱਕ ਨਹੀਂ ਆਖਦਾ, ਪਰ 70 ਦੇ 7 ਗੁਣਾ ਤਿੱਕਰ, 70 ਦੇ 7 ਗੁਣਾ ਤਿੱਕਰ। ਇਸ ਲਈ ਸਵਰਗ ਦਾ ਰਾਜ ਇੱਕ ਰਾਜ ਵਰਗਾ ਹੈ ਜਿਹਨੇ ਆਪਣੇ ਨੌਕਰ ਦੇ ਹਿਸਾਬ ਲੈਣਾ ਚਾਹਿਆ। ਹਾਲੇਲੂਇਆ। ਤਾਂ ਜਾਂ ਉਹ ਹਿਸਾਬ ਲੈਣ ਲੱਗਾ ਤਾਂ 10,000 ਤੋੜੇ ਦੇ ਇੱਕ ਕਰਜ਼ਾਈ ਨੂੰ ਉਹਦੇ ਕੋਲ ਲਿਆਏ। ਹਾਲੇਲੂਇਆ। ਮੇਰੇ ਜੀਜੋ, ਜਦੋਂ ਮਾਲਕ ਜਿਹੜਾ ਆ, ਪਰਮੇਸ਼ਰ ਦੇ ਵਚਨ ਲਿਖਿਆ, ਇੱਕ ਮਾਲਕ ਜਿਹੜਾ ਆ ਜਦੋਂ ਉਹ ਹਿਸਾਬ ਲੈਣ ਲੱਗਾ ਤਾਂ ਇੱਕ ਨੌਕਰ ਨੂੰ ਲਿਆਏ, ਜਿਹਦਾ ਉਹਨੇ ਕੀ ਲਿਖਿਆ, ਜਿਹੜਾ ਉਹਦੇ ਕੋਲ ਉਹਨੇ ਮਾਲਕ ਦਾ ਜਿਹੜਾ ਕਰਜ਼ ਭਰਨਾ ਸੀਗਾ ਉਹ 1000 ਦਿਨਾਰ ਸੀਗੇ। ਹਾਲੇਲੂਇਆ। 10,000। ਅਤੇ ਜਾਂ ਉਹ ਹਿਸਾਬ ਲੈਣ ਲੱਗਾ ਤਾਂ 10,000 ਤੋੜੇ ਜਿਹੜੇ ਸੀਗੇ ਇੱਕ ਕਰਜ਼ਾਈ ਨੂੰ ਉਹਦੇ ਕੋਲ ਲੈ ਕੇ। ਇੱਕ ਨੌਕਰ ਸੀ, ਉਹਨੇ 10,000 ਜਿਹੜਾ ਤੋੜੇ ਜਿਹੜਾ ਸੀਗਾ ਉਹ ਕਰਜ਼ਾਈ ਸੀਗਾ ਮਾਲਕ ਦਾ, ਕਿਉਂਕਿ ਉਹਦੇ ਕੋਲ ਪੈਸੇ ਲਏ ਸੀ ਤੇ ਉਹਨੇ ਦੇਣੇ ਸੀਗੇ ਉਹਦੇ। ਹਾਲੇਲੂਇਆ। ਤਾਂ ਮੇਰੇ ਜੀਜੋ, ਪਰ ਜਦ
ਉਹਦੇ ਮਾਲਕ ਨੇ ਕਿਹਾ ਕਿ ਇਹਦਾ ਮਾਲ ਸਾਰਾ ਕੁਝ ਵੇਚ ਕੇ, ਸਭ ਕੁਝ ਇਹਦਾ ਵੇਚ ਕੇ ਉਹ ਪੈਸੇ ਜਿਹੜੇ ਆ ਇਹਦੇ ਕੋਲੋਂ ਲੈ ਜਾਣ। ਤਾਂ ਮੇਰੇ ਚੀਜ਼ੋ, ਪਰ ਜਿਹੜਾ ਨੌਕਰ ਸੀਗਾ ਉਹਨੇ ਪੈਰੀ ਪੈ ਕੇ ਮਾਲਕ ਦੇ ਕਿਹਾ ਕਿ ਹੇ ਮਾਲਕ, ਮੈਂ ਇਹ ਪੈਸੇ ਨਹੀਂ ਦੇ ਸਕਦਾ ਹੈ ਤਾਂ ਮੈਨੂੰ ਮਾਫ ਕਰ ਦੇ। ਤਾਂ ਮੇਰੇ ਚੀਜ਼ੋ, ਜਿਹੜਾ ਪਰਮੇਸ਼ਵਰ, ਜਿਹੜਾ ਨੌਕਰ, ਜਿਹੜਾ ਹਾਲੇਲੂਇਆ, ਜਿਹੜਾ ਮਾਲਕ ਜਿਹੜਾ ਸੀਗਾ, ਹਾਲੇਲੂਇਆ, ਮਾਲਕ ਨੇ ਉਹਦੇ ਸਾਰੇ ਪੈਸੇ ਮਾਫ ਕਰ ਦਿੱਤੇ। ਹਾਲੇਲੂਇਆ। ਤੇ ਜਿਹੜਾ ਉਹੀ ਨੌਕਰ ਜਿਹੜਾ ਸੀ ਜਿਹਦੇ ਮਾਫ ਕੀਤੇ ਸੀਗੇ, ਤਾਂ ਉਹੀ ਜਿਹੜਾ ਇੱਕ ਉਹਦੇ ਨਾਲ ਦੇ ਕੰਮ ਕਰਨ ਵਾਲਾ, ਉਹਦੇ ਕੋਲੋਂ 50 ਰੁਪਏ ਲੈਣੇ ਸੀਗੇ, ਤੇ 50 ਰੁਪਏ ਲੈਣ ਕਰਕੇ ਉਸਨੇ ਉਹਨੂੰ ਕੀ ਕੀਤਾ, ਉਹਨੂੰ ਜੇਲ੍ਹ ਵਿੱਚ ਪਾ ਦਿੱਤਾ। ਹਾਲੇਲੂਇਆ, ਜੇਲ੍ਹ ਵਿੱਚ ਪਾ ਦਿੱਤਾ। ਵੀਰ ਜੀ, ਇੱਥੇ ਸਾਨੂੰ ਸਿੱਖਣ ਦੀ ਇਹ ਗੱਲ ਮਿਲਦੀ ਕਿ ਜੇਕਰ ਪਰਮੇਸ਼ਵਰ ਜਿਹੜੇ ਆ ਸਾਨੂੰ ਮਾਫ ਕਰ ਦਿੰਦੇ ਆ ਤਾਂ ਸਾਨੂੰ ਵੀ ਅੱਗੇ ਮਾਫ ਕਰਨਾ ਚਾਹੀਦਾ ਹੈ। ਹਾਲੇਲੂਇਆ। ਜੇ ਅਸੀਂ ਮਾਫ ਨਹੀਂ ਕਰਦੇ ਤਾਂ ਪਰਮੇਸ਼ਵਰ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦੇ ਹੈ। ਹਾਲੇਲੂਇਆ। ਕਿਉਂਕਿ ਮਾਲਕ ਨੇ ਜਿਹੜਾ ਉਹ 10,000 ਦਿਨਾਰ ਜਿਹੜੇ ਆ ਮਾਫ ਕਰ ਦਿੱਤੇ। ਇੱਕ ਉਦਾਹਰਨ ਦਿੱਤੀ ਆ ਪਰਮੇਸ਼ਵਰ ਨੇ ਕਿ ਇੱਕ 10,000 ਤੇ ਉਹ ਜਿਹੜਾ ਨੌਕਰ ਜਿਹੜਾ ਸੀਗਾ ਜਿਹਦੇ ਮਾਫ ਕੀਤੇ ਸੀ, ਉਹਨੇ ਲਿਖਿਆ ਪਰਮੇਸ਼ਵਰ ਦੇ ਵਿੱਚ, ਆਪਾਂ ਥੋੜਾ ਪੜ੍ਹ ਲੈਂਦੇ ਆ। ਲਿਖਿਆ, ਜਾਂ ਉਹ ਨੌਕਰ ਬਾਹਰ ਨਿਕਲਿਆ ਤਾਂ ਉਹਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਉਹਨੂੰ ਲੱਭ ਪਿਆ ਜਿਸ ਤੋਂ ਉਹਨੇ 50 ਰੁਪਏ ਲੈਣੇ ਅਤੇ ਉਸ ਉੱਤੇ ਹੱਥ ਪਾ ਕੇ ਸੰਘਿਓ ਫੜ ਲਿਆ ਅਤੇ ਆਖਿਆ ਕਿ ਜੋ ਮੇਰਾ ਨਿਕਲਦਾ ਹੈ ਦੇ। ਤਦ ਉਹਦੇ ਨਾਲ ਦੇ ਨੌਕਰ ਉਹਦੇ ਪੈਰੀ ਪੈ ਗਿਆ ਅਤੇ ਮਿਹਨਤ ਕੀਤੀ ਕਿ ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਭਰ ਦੇਗਾ। ਉਹਨੇ ਕਿਹਾ, ਫਿਰ ਉਹ ਨੌਕਰ ਜਿਹੜਾ ਇੱਕ ਹੋਰ ਨੌਕਰ ਸੀ, ਜਿਹੜੇ ਉਹਨੇ 50 ਰੁਪਏ ਉਹਦੇ ਕੋਲੋਂ ਲੈਣੇ ਸੀ, ਤਾਂ ਉਹਨੂੰ ਸੰਘਿਓ ਫੜ ਲਿਆ ਮੇਰੇ ਚ। ਪਰ ਉਹ ਨੌਕਰ ਨੇ ਕਿਹਾ ਕਿ ਮੇਰੇ ਤੇ ਧੀਰਜ ਕਰ ਤੇ ਮੈਂ ਤੇਰਾ ਸਾਰਾ ਕਰਜ਼ ਭਰ ਦਿਆਂਗਾ। ਹਾਲੇਲੂਇਆ। ਪਰ ਉਹਨੇ ਨਾ ਮੰਨਿਆ। ਪਰ ਉਹ ਨੌਕਰ ਜਿਹਦੇ 10,000 ਦਿਨਾਰ ਜਿਹੜੇ ਮਾਫ ਕੀਤੇ ਸੀਗੇ ਮਾਲਕ ਨੇ, ਪਰ ਉਹ ਨੌਕਰ ਨਾ ਮੰਨਿਆ। ਕਹਿੰਦਾ ਨਹੀਂ, ਮੈਨੂੰ ਹੁਣੇ ਦੇ, ਮੈਨੂੰ ਹੁਣੇ ਪੈਸੇ ਦੇ। ਹਾਲੇਲੂਇਆ। ਮੰਨਿਆ, ਸਗੋਂ ਜੇ ਉਸ ਨੂੰ ਨਹੀਂ ਮੰਨਿਆ, ਸਗੋਂ ਜਾ ਕੇ ਉਸ ਨੂੰ ਕੀਆ ਕੈਦ ਵਿੱਚ ਪਾ ਦਿੱਤਾ, ਜਿੰਨਾ ਚਿਰ ਇਹ ਕਰਜ਼ ਤੂੰ ਨਾ ਭਰ ਦੇਵੇਂ। ਹਾਲੇਲੂਇਆ। ਜਿੰਨਾ ਚਿਰ ਤੂੰ ਇਹ ਕਰਜ਼ ਨਾ ਭਰ ਦੇਵੇਂ, ਉਹਨੂੰ ਜੇਲ੍ਹ ਦੇ ਵਿੱਚ ਛੁਡਵਾ ਦਿੱਤਾ। ਹਾਲੇਲੂਇਆ। ਤੇ ਨਾਲ ਦੇ ਨੌਕਰਾਂ ਨੇ ਫਿਰ ਜਾ ਕੇ, ਜਿਹੜਾ ਮਾਲਕ ਜਿਹੜਾ ਸੀਗਾ, ਨਾਲ ਦੇ ਨੌਕਰਾਂ ਨੇ ਜਾ ਕੇ ਉਹਨੂੰ ਦੱਸਿਆ, ਉਸ ਮਾਲਕ ਨੂੰ ਦੱਸਿਆ ਕਿ ਹੇ ਮਾਲਕ, ਤੁਸੀਂ 10,000 ਦਿਨਾਰ ਇਹਨੂੰ ਮਾਫ ਕਰ ਦਿੱਤੇ, ਪਰ ਇਹ ਜਿਹੜਾ ਨੌਕਰ ਜਿਹਦੇ ਮਾਫ ਕੀਤੇ, ਉਹਨੇ 50 ਰੁਪਏ ਲੈਣੇ ਸੀ ਦੂਸਰੇ ਨੌਕਰ ਕੋਲੋਂ, ਉਹਨੂੰ ਕੀਆ ਉਹਦੇ ਕੋਲ ਨਹੀਂ ਸੀ ਪੈਸੇ ਦੇਣ ਨੂੰ, ਤਾਂ ਉਹਨੇ ਜਾ ਕੇ ਉਹਨੂੰ ਜੇਲ੍ਹ ਵਿੱਚ ਡੱਕ ਦਿੱਤਾ। ਹਾਲੇਲੂਇਆ। ਦਿੱਤਾ। ਤਦ ਉਹਦੇ ਮਾਲਕ ਨੇ ਉਹਨੂੰ ਆਪਣੇ ਕੋਲ ਸੱਦ ਕੇ ਕਿਹਾ, ਓਏ ਦੁਸ਼ਟ ਨੌਕਰ। ਫਿਰ ਉਹ ਮਾਲਕ ਨੇ ਉਸ ਨੌਕਰ ਨੂੰ ਜਿਹਦੇ 10,000 ਦਿਨਾਰ ਜਿਹੜੇ ਮਾਫ ਕੀਤੇ ਸੀ, ਉਹਨੇ ਕਿਹਾ, ਹੇ ਦੁਸ਼ਟ ਨੌਕਰ, ਮੈਂ ਤੈਨੂੰ ਉਹ ਸਾਰਾ ਕਰਜ਼ ਛੱਡ ਦਿੱਤਾ, ਇਸ ਲਈ ਜੋ ਤੈਂ ਮੇਰੀ ਮਿਹਨਤ ਕੀਤਾ, ਮੈਂ ਸਾਰਾ ਕਰਜ਼ 10,000 ਦਿਨਾਰ ਜਿਹੜੇ ਸੀਗੇ ਮਾਫ ਕਰ ਦਿੱਤਾ, ਸਾਰਾ ਕਰਜ਼ ਮਾਫ ਕਰ ਦਿੱਤਾ, ਤੂੰ ਮੇਰੀ ਮਿਹਨਤ ਕੀਤੀ। ਫਿਰ ਜੇ ਮੈਂ ਤੇਰੇ ਉੱਤੇ ਦਇਆ ਕੀਤੀ ਤਾਂ ਤੈਨੂੰ ਵੀ ਆਪਣੇ ਨਾਲ ਦੇ ਨੌਕਰ ਉੱਤੇ ਦਇਆ ਕਰਨੀ ਚਾਹੀਦੀ। ਜੇ ਮੈਂ ਤੇਰੇ ਉੱਤੇ ਦਇਆ ਕੀਤੀ, ਤੈਨੂੰ ਵੀ ਆਪਣੇ ਨਾਲ ਦੇ ਨੌਕਰ ਦੇ ਉੱਪਰ ਦਇਆ ਕਰਨੀ ਚਾਹੀਦੀ ਸੀ। ਅਤੇ ਜਿੰਨਾ ਚਿਰ ਇਹ ਸਾਰਾ ਕਰਜ਼ ਤੂੰ ਭਰ ਨਾ ਦੇਵੇਂ, ਤਾਂ ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਹਨੂੰ ਦੁਖਦਾਇਕ ਹਵਾਲੇ ਕੀਤਾ। ਜਦੋਂ ਉਹ ਮਾਲਕ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ, ਬਹੁਤ ਕ੍ਰੋਧਿਤ ਹੋਇਆ, ਤਾਂ ਉਸਨੇ ਕਿਹਾ ਕਿ ਜਿੰਨਾ ਚਿਰ ਤੂੰ ਇਹ ਜਿਹੜਾ ਸਾਰਾ ਕਰਜ਼ ਜਿਹੜਾ ਮੈਂ ਪਹਿਲਾਂ ਮਾਫ ਕੀਤਾ, ਜੇ ਤੂੰ ਉਹਨੂੰ ਨਾ ਮੈਨੂੰ ਭਰ ਦੇਵੇਂ, ਤਾਂ ਇਸੇ ਤਰ੍ਹਾਂ ਮੇਰਾ ਸਾਰਾ ਕਰਜ਼ ਨਾ ਭਰ ਦੇਵੇਂ, ਤਾਂ ਉਸ ਦੇ ਮਾਲਕ ਨੇ ਕ੍ਰੋਧੀ ਹੋ ਕੇ ਉਸ ਨੂੰ ਦੁਖਦਾਇਕਾਂ ਦੇ ਹਵਾਲੇ ਕਰ ਦਿੱਤਾ। ਮੇਰੇ ਜੀ, ਜਿੰਨਾ ਚਿਰ ਤੂੰ ਸਾਰਾ ਕਰਜ਼ ਮੈਂ ਤੈਨੂੰ ਮਾਫ ਕੀਤਾ ਸੀ, ਉਹ ਤੋਂ ਦੁਬਾਰਾ ਤੂੰ ਮੈਨੂੰ ਨਾ ਭਰ ਦੇਵੇਂ, ਤਾਂ ਉਹਨੇ ਦੁਖਦਾਇਕਾਂ ਦੇ ਕੋਲ ਉਹਨੂੰ ਹਵਾਲੇ ਕਰ ਦਿੱਤਾ। ਮੇਰੇ ਜੀ, ਇਸੇ ਤਰ੍ਹਾਂ ਲਿਖਿਆ ਪਰਮੇਸ਼ਰ, ਇਸੇ ਤਰ੍ਹਾਂ ਮੇਰਾ ਸਵਰਗੀ ਪਿਤਾ ਵੀ ਹੈ ਤੁਹਾਡੇ ਨਾਲ ਕਰੇਗਾ, ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲੋਂ ਤੋਂ ਮਾਫ ਨਾ ਕਰੋ। ਮੇਰੇ ਜੀ, ਹਾਲੇਲੂਇਆ। ਇੱਥੇ ਸਿੱਖਣ ਵਾਲੀ ਗੱਲ ਇਹ ਹੈ ਕਿ ਤੁਹਾਡਾ ਸਵਰਗੀ ਪਿਤਾ ਵੀ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਾਈਆਂ ਨੂੰ ਮਾਫ ਨਹੀਂ ਕਰਦੇ। ਮੇਰੇ ਜੀ, ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ, ਜੇ ਤੇਰਾ ਭਾਈ ਗੁਨਾਹ ਕਰਦਾ ਹੈ, ਹਾਲੇਲੂਇਆ, ਤਾਂ ਗੁਨਾਹ ਕਰਦਾ ਹੈ, ਜਾਂ ਤੁਸੀਂ ਉਹਨੂੰ ਮਾਫ ਨਹੀਂ ਕਰਦੇ ਹੈ,
ਤਾਂ ਮੇਰੇ ਜੀਜੋ ਜੇ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜੇ ਆ ਉਹ ਸਾਨੂੰ ਮਾਫ ਕਰਨ ਦੀ ਸ਼ਕਤੀ ਰੱਖਦੇ ਆ, ਤੇ ਸਾਨੂੰ ਵੀ ਮਾਫ ਕਰਨ ਦੀ ਸ਼ਕਤੀ ਰੱਖਣੀ ਚਾਹੀਦੀ ਆ ਆਪਣੇ ਅੰਦਰ। ਹਾਲੇਲੂਇਆ। ਅਸੀਂ ਵੀ ਮਾਫ ਕਰਨਾ, ਜੇਕਰ ਤੁਹਾਡੇ ਕੋਲ ਕੋਈ ਮਾਫੀ ਮੰਗਦਾ ਹੈ ਤਾਂ ਸਾਨੂੰ ਵੀ ਮਾਫ ਕਰਨਾ ਬਹੁਤ ਹੀ ਜ਼ਰੂਰੀ ਆ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਬਚਨ ਸਾਨੂੰ ਸਾਫ਼ ਦੱਸਦਾ ਹੈ ਕਿ ਅਸੀਂ ਵੀ ਮਾਫ ਕਰਨਾ ਹੈ, ਜੇਕਰ ਸਾਡਾ ਸਵਰਗੀ ਪਿਤਾ ਮਾਫ ਕਰਦਾ ਹੈ। ਹਾਲੇਲੂਇਆ। ਜੇ ਤੁਸੀਂ ਮਾਫ ਨਹੀਂ ਕਰਦੇ ਤਾਂ ਫਿਰ ਸਵਰਗੀ ਪਿਤਾ ਵੀ ਤੁਹਾਡਾ ਪ੍ਰਭੂ ਯਿਸੂ ਮਸੀਹ ਨਾਸਰੀ ਵੀ ਤੁਹਾਨੂੰ ਮਾਫ ਨਹੀਂ ਕਰਨਗੇ। ਹਾਲੇਲੂਇਆ। ਥੈਂਕ ਯੂ ਜੀਸਸ, ਗਲੋਰੀ। ਹਾਲੇਲੂਇਆ। ਮੇਰੇ ਜੀ ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਣਾ ਹੈ ਕੁਲੀਸੀਆਂ 3 ਬਾਬ ਦੀ 1 ਆਇਤ। ਹਾਲੇਲੂਇਆ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਕੁਲੀਸੀਆਂ ਦੀ 3 ਬਾਬ ਦੀ 1 ਆਇਤ ਆਪਾਂ ਪਰਮੇਸ਼ਰ ਦੇ ਵਚਨ ਚ ਦੇਖਦੇ ਹਾਂ। ਲਿਖਿਆ, ਸੋ ਜੇ ਤੁਸੀਂ ਮਸੀਹ ਦੇ ਨਾਲ ਜੁਆਏ ਗਏ ਤਾਂ ਉਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ। ਲਿਖਿਆ, ਜੇਕਰ ਤੁਸੀਂ ਮਸੀਹ ਦੇ ਨਾਲ ਜੁਆਏ ਗਏ ਆ, ਤੁਸੀਂ ਜੁਆਏ ਗਏ ਦਾ ਮਤਲਬ ਹੈ ਕਿ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਕੇ ਆਪਣੇ ਗੁਨਾਹਾਂ ਨੂੰ ਮੰਨ ਕੇ ਛੱਡ ਦਿੱਤਾ ਹੈ ਤਾਂ ਪਰਮੇਸ਼ਰ ਦੇ ਵਿੱਚ ਆਪਣੀ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਤੁਸੀਂ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਆ। ਲਿਖਿਆ, ਜੇ ਤੁਸੀਂ ਮਸੀਹ ਦੇ ਵਿੱਚ ਆ ਕੇ ਤੁਸੀਂ ਜੁਆਏ ਗਏ ਆ, ਪਹਿਲਾਂ ਤੁਸੀਂ ਮਰੇ ਹੋਏ ਸੀ, ਪਾਪਾਂ ਦੇ ਵਿੱਚ, ਗੁਨਾਹਾਂ ਦੇ ਵਿੱਚ ਮਰੇ ਹੋਏ ਸੀਗੇ ਮੇਰੇ ਵਿੱਚ। ਹਾਲੇਲੂਇਆ। ਪਰ ਹੁਣ ਜੇਕਰ ਤੁਸੀਂ ਪਰ ਮਸੀਹ ਦੇ ਵਿੱਚ ਆਣ ਕੇ ਇੱਕ ਨਵੀਂ ਜ਼ਿੰਦਗੀ ਪਾ ਲਈ, ਇੱਕ ਨਵਾਂ ਜੀਵਨ ਤੁਸੀਂ ਪਾ ਲਿਆ ਹੈ ਤੇ ਤੁਸੀਂ ਜੁਆਏ ਗਏ ਆ। ਹਾਲੇਲੂਇਆ। ਤਾਂ ਲਿਖਿਆ, ਜੁਆਏ ਗਏ ਤਾਂ ਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ। ਅਤਾਹਾਂ ਦੀਆਂ ਗੱਲਾਂ ਕਿਤੇ ਸਵਰਗੀ ਗੱਲਾਂ, ਜਿਹੜੀਆਂ ਅਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ। ਹਾਲੇਲੂਇਆ। ਅਤਾਹਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ, ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ ਮੇਰੇ ਜੀ। ਅਤਾਹਾਂ ਦੀਆਂ ਗੱਲਾਂ, ਸਵਰਗ ਦੀਆਂ ਗੱਲਾਂ ਜਿਹੜੀਆਂ, ਉਹਨਾਂ ਦੀਆਂ ਗੱਲਾਂ ਦੇ ਮਗਰ ਲੱਗੇ ਰਹੋ ਮੇਰੇ। ਸੰਸਾਰਿਕ ਗੱਲਾਂ ਨੂੰ ਛੱਡ ਦਿਓ ਮੇਰੇ ਜੀ। ਜੋ ਪਰਮੇਸ਼ਰ ਦੇ ਵਿੱਚ ਲਿਖਿਆ, ਜੇਕਰ ਸੱਚਮੁੱਚ ਤੁਸੀਂ ਪਰਮੇਸ਼ਰ ਦੇ ਨਾਲ ਜੁਆਏ ਗਏ ਹੋ। ਅਤਾਹਾਂ ਦੀਆਂ ਗੱਲਾਂ ਉੱਤੇ ਚਿੱਤ ਲਾਓ ਮੇਰੇ ਜੀਜੋ। ਹਾਲੇਲੂਇਆ। ਇਹ ਸੰਸਾਰਿਕ ਗੱਲਾਂ ਨੂੰ ਜਿਹੜੀਆਂ ਛੱਡ ਕੇ ਅਤਾਹਾਂ ਦੀਆਂ ਗੱਲਾਂ ਦੇ ਉੱਤੇ ਚਿੱਤ ਲਾਓ, ਜਿੱਥੇ ਸਵਰਗੀ ਪਿਤਾ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ। ਹਾਲੇ ਜਿੱਥੇ ਮਸੀਹ ਜਿਹੜਾ ਪਰਮੇਸ਼ਰ ਦੇ ਸੱਜੇ ਪਾਸੇ ਬੈਠਾ ਹੈ ਮੇਰੇ ਜੀਜੋ। ਹਾਲੇਲੂਇਆ। ਨਾ ਉਹਨਾਂ ਉੱਤੇ ਜਿਹੜੀਆਂ ਧਰਤੀ ਉੱਪਰ, ਕਹਿੰਦਾ ਉਹਨਾਂ ਗੱਲਾਂ ਦੇ ਉੱਪਰ ਧਿਆਨ ਨਾ ਦਿਓ, ਨਾ ਉਹਨਾਂ ਦੇ ਉੱਪਰ ਚਿੱਤ ਲਾਓ ਜਿਹੜੀਆਂ ਧਰਤੀ ਦੇ ਉੱਪਰ ਆ ਮੇਰੇ ਜੀਜੋ। ਧਰਤੀ ਦੇ ਉੱਪਰ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਬਸ ਸੋਚਦੇ ਆ, ਆ ਵੀ ਹੋ ਜਾਏ, ਕਈ ਤਰ੍ਹਾਂ ਦੇ ਗਲਤ ਕੰਮ, ਕਈ ਤਰ੍ਹਾਂ ਦੀਆਂ ਗੱਲਾਂ, ਸੋਚਾਂ ਜਿਹੜੀਆਂ ਸੋਚਦੇ ਹਾਂ, ਜਿਹੜੀਆਂ ਕਿ ਧਰਤੀ ਦੇ ਉੱਪਰ ਅਸੀਂ ਜਿਹੜੀਆਂ ਕਰਦੇ ਹਾਂ। ਹਾਲੇਲੂਇਆ। ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ। ਕਹਿੰਦਾ ਕਿਉਂ ਜੋ ਤੁਸੀਂ ਮੋਏ ਹੋਏ, ਤੁਹਾਡੇ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ। ਕਿਉਂਕਿ ਅਸੀਂ ਮਰ ਗਏ ਹਾਂ, ਜਿਹੜੀਆਂ ਪੁਰਾਣੀਆਂ ਗੱਲਾਂ, ਜਿਹੜੀਆਂ ਪੁਰਾਣੇ ਕੰਮ ਜਿਹੜੇ ਸੀ, ਇਸ ਸੰਸਾਰ ਦੀਆਂ ਗੱਲਾਂ ਵੱਲੋਂ ਮਰ ਗਏ ਹਾਂ। ਕਹਿਣ ਦਾ ਮਤਲਬ ਹੈ ਕਿ ਅਸੀਂ ਉਹਨਾਂ ਨੂੰ ਛੱਡ ਦਿੱਤਾ ਹੈ ਮੇਰੇ ਜੀਜੋ। ਹਾਲੇਲੂਇਆ। ਤਾਂ ਇਸ ਕਰਕੇ ਅਸੀਂ ਧਰਤੀ ਦੀਆਂ ਗੱਲਾਂ ਤੋਂ ਹਟ ਕੇ ਅਸੀਂ ਜਿਹੜੀਆਂ ਉੱਪਰ ਦੀਆਂ ਗੱਲਾਂ ਵੱਲ ਧਿਆਨ ਦੇਣਾ ਹੈ। ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ, ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਹਾਲੇਲੂਇਆ। ਮੇਰੇ ਜੀਜੇ, ਜੇਕਰ ਅਸੀਂ ਅਤਾਹਾਂ ਦੀਆਂ ਗੱਲਾਂ ਦੇ ਉੱਪਰ ਜਿਹੜਾ ਚਿੱਤ ਲਾਵਾਂਗੇ ਤਾਂ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਕਿ ਜਿਸ ਵੇਲੇ ਮਸੀਹ ਜੋ ਸਾਡਾ ਜੀਵਨ ਹੈ ਪ੍ਰਗਟ ਕੀਤਾ ਜਾਵੇਗਾ ਤਾਂ ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ। ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਸਾਡਾ ਜੀਵਨ ਜਿਹੜਾ ਆ, ਉਹ ਸਾਡਾ ਜੀਵਨ ਜਿਹੜਾ ਪ੍ਰਗਟ ਕੀਤਾ ਜਾਵੇਗਾ ਤਾਂ ਉਹ ਉਸੇ ਵੇਲੇ ਤੁਸੀਂ ਵੀ ਉਹਦੇ ਨਾਲ ਪ੍ਰਗਟ ਕੀਤੇ ਜਾਓਗੇ। ਹਾਲੇਲੂਇਆ। ਥੈਂਕ ਯੂ ਜੀਸਸ। ਇਸ ਕਰਕੇ ਤੁਸੀਂ ਵੀ ਸਵਰਗ ਰਾਜ ਦੇ ਵਿੱਚ ਹੋਗੇ, ਤੁਹਾਡਾ ਜੀਵਨ ਜਿਹੜਾ ਆ ਉਹ ਪ੍ਰਗਟ ਕੀਤਾ ਜਾਵੇਗਾ, ਕਿਉਂਕਿ ਤੁਸੀਂ ਚੰਗੇ ਕੰਮ ਕੀਤੇ। ਧਰਤੀ ਦੀਆਂ ਗੱਲਾਂ ਨੂੰ ਦੇ ਉੱਪਰ ਜਿਹੜੀਆਂ ਗੱਲਾਂ ਛੱਡ ਕੇ ਤੁਸੀਂ ਉਤਾਹਾਂ ਦੀਆਂ ਗੱਲਾਂ ਵੱਲ ਧਿਆਨ ਕਰਦੇ ਹੋ। ਤੇ ਇਸ ਕਰਕੇ ਮੇਰੇ ਜੀਜੋ, ਸਾਨੂੰ ਕੀ ਆ, ਆਪਣੇ ਗੁਨਾਹਾਂ ਨੂੰ ਛੱਡ ਕੇ, ਆਪਣੇ ਪਾਪਾਂ ਨੂੰ ਛੱਡ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੁਸੀਂ ਇੱਕ ਨਵਾਂ ਜਨਮ ਲੈ ਲਿਆ ਤੇ ਤੁਸੀਂ ਨਵਾਂ ਜੀਵਨ ਜਿਹੜਾ ਇੱਕ ਪਾ ਲਿਆ ਹੈ। ਤਾਂ ਮੇਰੇ ਜੀਜੋ, ਸਾਨੂੰ ਧਰਤੀ ਦੀਆਂ ਸਾਰੀਆਂ ਗੱਲਾਂ ਨੂੰ ਛੱਡ ਕੇ ਪਰਮੇਸ਼ਰ ਦੀਆਂ
ਉੱਪਰ ਤਾਂ ਦੀਆਂ ਗੱਲਾਂ ਵੱਲ ਜਿਹੜਾ ਧਿਆਨ ਰੱਖਣਾ। ਉਹ ਤਾਂ ਦੀਆਂ ਗੱਲਾਂ ਕਿੱਥੋਂ ਸਾਨੂੰ ਪਤਾ ਲੱਗਦਾ ਹੈ? ਆਹ ਪਰਮੇਸ਼ਰ ਦਾ ਵਚਨ ਜਿਹੜਾ ਹੈ, ਜਦੋਂ ਇਹਨੂੰ ਅਸੀਂ ਪੜ੍ਹਦੇ ਹਾਂ ਤੇ ਜਦੋਂ ਅਸੀਂ ਇਹਦੇ ਉੱਪਰ ਚੱਲਦੇ, ਇਹਦੇ ਹੁਕਮਾਂ ਦੇ ਉੱਪਰ ਚੱਲਦੇ ਹਾਂ, ਤਾਂ ਮੇਰੇ ਜੀਜੋ ਇਹ ਸਾਰੀਆਂ ਗੱਲਾਂ ਜਿਹੜੀਆਂ ਤਾਂ ਦੀਆਂ ਗੱਲਾਂ ਆ ਮੇਰੇ ਜੀਜੋ, ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਹਰ ਗੱਲ ਜਿਹੜੀ ਪੜ੍ਹ ਕੇ ਆਪਣੇ ਉੱਪਰ ਲਾਗੂ ਕਰਕੇ ਪਰਮੇਸ਼ਰ ਦਾ ਹੁਕਮ ਮੰਨ ਕੇ ਜਿਹੜੇ ਕੰਮ ਇਸ ਧਰਤੀ ਦੇ ਉੱਪਰ ਅਸੀਂ ਨਹੀਂ ਕਰਨੇ ਆ, ਗੁਨਾਹ ਨਹੀਂ ਕਰਨੇ ਆ, ਪਾਪ ਨਹੀਂ ਕਰਨੇ ਆ, ਹੋਰ ਜਿਹੜੇ ਪਰਮੇਸ਼ਰ ਨੂੰ ਪਸੰਦ ਨਹੀਂ ਆ ਕੰਮ ਉਹ ਨਹੀਂ ਕਰਨੇ ਆ, ਤੇ ਸਮਝ ਲਓ ਕਿ ਅਸੀਂ ਉਤਾਹਾਂ ਦੀਆਂ ਗੱਲਾਂ ਵੱਲ ਧਿਆਨ ਲਾ ਰਹੇ ਹਾਂ, ਉਹ ਅਸੀਂ ਸਿੱਖ ਰਹੇ ਹਾਂ ਮੇਰੇ ਜੀਜੋ। ਹਾਲੇਲੂਇਆ। ਲਿਖਿਆ ਅੱਗੇ ਆਪਾਂ ਇਸੇ ਦੀ ਕਲੀਸਿਆਂ ਦੇ ਵਿੱਚ 3 ਬਾਬ ਦੀ ਉਹਦੀ 12 ਆਇਤ ਆਪਾਂ ਜਦੋਂ ਦੇ, ਸੋ ਤੁਸੀਂ ਪਰਮੇਸ਼ਰ ਦੀਆਂ ਚੁਣਿਆ ਹੋਇਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮ ਦੇ ਲਈ। ਹਾਲੇਲੂਇਆ। ਲਿਖਿਆ ਪਰਮੇਸ਼ਰ ਵਿੱਚ ਤੁਸੀਂ ਪਰਮੇਸ਼ਰ ਦੇ ਜਦੋਂ ਤੁਸੀਂ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਮੇਰੇ ਜੀਜੋ, ਜਦੋਂ ਤੁਸੀਂ ਪਰਮੇਸ਼ਰ ਦੇ ਵਿੱਚ ਆ ਗਏ ਆ ਤਾਂ ਤੁਹਾਨੂੰ ਜਿਹੜਾ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਵਿੱਚ ਹੋਣੀਆਂ ਚਾਹੀਦੀਆਂ ਕਿ ਜਿਸ ਤਰ੍ਹਾਂ ਇੱਕ ਦਰਖਤ ਜਿਹੜਾ ਫਲਾਂ ਤੋਂ ਪਛਾਣਿਆ ਜਾਂਦਾ, ਇਦਾਂ ਦੇ ਫਲ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਜ਼ਰ ਆਉਣੇ ਚਾਹੀਦੇ। ਹਾਲੇਲੂਇਆ। ਜਦੋਂ ਉਹ ਫਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਜ਼ਰ ਆਉਂਦੇ ਆ ਤਾਂ ਫਿਰ ਲੋਕ ਜਾਣਦੇ ਆ ਕਿ ਸੱਚਮੁੱਚ ਇਹ ਪਰਮੇਸ਼ਰ ਦੇ ਲੋਕ ਆ ਮੇਰੇ ਜੀਜੋ। ਹਾਲੇਲੂਇਆ। ਸੱਚਮੁੱਚ ਇਹ ਪਰਮੇਸ਼ਰ ਦੇ ਲੋਕ। ਇਸੇ ਤਰ੍ਹਾਂ ਪਰਮੇਸ਼ਰ ਦੇ ਵਿੱਚ ਲਿਖਿਆ, ਜੇ ਤੁਸੀਂ ਪਰਮੇਸ਼ਰ ਦੇ ਚੁਣਿਆ ਹੋਇਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ। ਹਾਲੇਲੂਇਆ। ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਲੋਕ ਆ ਤੇ ਉਹਦੇ ਪਿਆਰੇ ਲੋਕ ਆ, ਤੇ ਉਹਨਾਂ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ? ਪਰਮੇਸ਼ਰ ਦਾ ਵਚਨ ਸਾਨੂੰ ਇਹ ਦੱਸ ਰਿਹਾ ਹੈ। ਲਿਖਿਆ ਹੈ, ਜਿਹੜੇ ਪਵਿੱਤਰ ਦੇ ਪਿਆਰੇ ਹਨ, ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਆਹ ਗੱਲਾਂ ਜਿਹੜੀਆਂ ਆ ਇਹ ਤੁਹਾਡੇ ਵਿੱਚ ਹੋਣੀਆਂ ਬਹੁਤ ਹੀ ਜ਼ਰੂਰੀ ਹੈ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਿਆ ਤੇ ਇਹ ਗੱਲਾਂ ਜਿਹੜੀਆਂ ਸਾਡੇ ਵਿੱਚ ਹੋਣੀਆਂ ਬਹੁਤ ਹੀ ਜ਼ਰੂਰੀ ਹੈ। ਹਾਲੇ ਦੁਬਾਰਾ ਪੜਾਂਗਾ। ਲਿਖਿਆ, ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ, ਅਤੇ ਜੋ ਕੁਝ ਕਿਸੇ ਉੱਤੇ ਜੇਕਰ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਓ। ਜੇ ਕੋਈ ਕਿਸੇ ਦੇ ਉੱਪਰ ਗਿਲਾ ਰੱਖਦਾ ਹੋਵੇ ਤੇ ਇੱਕ ਦੂਜੇ ਦੀ ਸਹਿ ਲਵੇ ਮੇਰੇ ਚੀਜ਼ੋ। ਹਾਲੇਲੂਇਆ। ਹਾਲੇਲੂਇਆ। ਰੱਖਦਾ ਸਹਿ ਲਵੇ ਅਤੇ ਇੱਕ ਦੂਜੇ ਨੂੰ ਮਾਫ ਕਰ ਦੇਵੇ। ਹਾਲੇਲੂਇਆ। ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਹੈ ਤਿਵੇਂ ਤੁਸੀਂ ਵੀ ਕਰੋ। ਹਾਲੇਲੂਇਆ। ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ ਕੀਤਾ ਆ ਤਾਂ ਤੁਸੀਂ ਵੀ ਕਰੋ। ਹਾਲੇਲੂਇਆ। ਜੇਕਰ ਕਿਸੇ ਦੇ ਉੱਪਰ ਕੋਈ ਗਿਲਾ ਰੱਖਦਾ ਹੋਵੇ ਤਾਂ ਉਹ ਇੱਕ ਦੂਜੇ ਨੂੰ ਮਾਫ ਕਰ ਦਿਓ ਮੇਰੇ ਜੀਜੋ। ਹਾਲੇਲੂਇਆ। ਜਿਸ ਤਰ੍ਹਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਪ੍ਰਭੂ ਨੇ ਵੀ ਤੁਹਾਨੂੰ ਮਾਫ ਕੀਤਾ ਹੈ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਪਰਮੇਸ਼ਰ ਦਾ ਵਚਨ ਅੱਜ ਅਸੀਂ ਸਿੱਖਿਆ, ਮੈਂ ਵੀ ਸਿੱਖਿਆ ਔਰ ਤੁਸੀਂ ਵੀ ਸਿੱਖਿਆ, ਸਭ ਨੇ ਸਿੱਖਿਆ ਹੈ ਮੇਰੇ ਜੀਜੋ ਕਿ ਅਸੀਂ ਪਰਮੇਸ਼ਰ ਵਿੱਚ ਹੋ ਕੇ ਅਸੀਂ ਇੱਕ ਦੂਜੇ ਨੂੰ ਮਾਫ ਕਰਨਾ ਹੈ ਮੇਰੇ ਜੀਜੋ। ਹਾਲੇਲੂਇਆ। ਜੇਕਰ ਤੁਹਾਡੇ ਕੋਲੋਂ ਕੋਈ ਮਾਫੀ ਮੰਗਦਾ ਹੈ, ਕੋਈ ਗੁਨਾਹ ਕਰ ਦਿੰਦਾ ਹੈ ਤੁਹਾਡਾ, ਤਾਂ ਕੋਈ ਮਾਫੀ ਮੰਗਦਾ ਤਾਂ ਉਸ ਨੂੰ ਕੀ ਆ, ਮਾਫ ਕਰ ਦਿਓ ਮੇਰੇ ਜੀ। ਇਸੇ ਤਰ੍ਹਾਂ ਰਹਿਮ ਦਿਲ, ਪਿਆਰ, ਮੁਹੱਬਤ, ਹਰ ਕੰਮ ਜਿਹੜਾ ਪਰਮੇਸ਼ਰ ਦੇ ਵਚਨ 'ਚ ਲਿਖਿਆ ਤੁਹਾਡੀ ਜ਼ਿੰਦਗੀ ਵਿੱਚ ਹੋਣੇ ਚਾਹੀਦੇ ਆ, ਤੇ ਫਲ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅੱਛੇ ਫਲ ਜਿਹੜੇ ਨਜ਼ਰ ਆਉਣੇ ਚਾਹੀਦੇ। ਫਲ ਕਿਹੜੇ ਆ? ਇਹੀ ਆ ਮੇਰੇ ਜੀਜੋ ਕਿ ਇਹੀ ਫਲ ਜਿਹੜੇ ਆ, ਰਹਿਮ ਦਿਲੀ, ਦਿਆਲਗੀ, ਦੀਨਗੀ, ਨਰਮਾਈ ਅਤੇ ਧੀਰਜ, ਇਹੀ ਫਲ ਆ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਜ਼ਰ ਆਉਣੇ ਚਾਹੀਦੇ ਮੇਰੇ ਜੀਜੋ। ਤਾਂ ਫਿਰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਕਹਿੰਦੇ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਆ ਮੇਰੇ ਜੀਜੋ। ਹਾਲੇਲੂਇਆ। ਇਸ ਕਰਕੇ ਅੱਜ ਦਾ ਵਚਨ ਅਸੀਂ ਸਿੱਖਿਆ ਕਿ ਸਾਨੂੰ ਹਰ ਇੱਕ ਨੂੰ ਮਾਫ ਕਰ ਦੇਣਾ ਚਾਹੀਦਾ। ਜੇਕਰ ਕਿਸੇ ਨੇ ਸਾਡਾ ਕੋਈ ਗੁਨਾਹ ਕੀਤਾ ਤਾਂ ਸਾਨੂੰ ਜ਼ਰੂਰ ਇੱਕ ਦੂਜੇ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਮੇਰੇ ਜੀ। ਜਿਸ ਤਰ੍ਹਾਂ ਸਾਡਾ ਸਵਰਗੀ ਪਿਤਾ ਜਿਹੜਾ ਮਾਫ ਕਰਦਾ, ਜੇ ਅਸੀਂ ਨਹੀਂ ਮਾਫ ਕਰਾਂਗੇ ਤੇ ਸਵਰਗੀ ਪਿਤਾ ਵੀ ਸਾਨੂੰ ਮਾਫ ਨਹੀਂ ਕਰਨਗੇ ਮੇਰੇ ਜੀਜੋ। ਇਸ ਕਰਕੇ ਸਾਨੂੰ ਜ਼ਰੂਰ ਹਰ ਇੱਕ ਨੂੰ ਮਾਫ ਕਰਨਾ ਚਾਹੀਦਾ। ਖੁਦਾਵੰਦ ਇਹਨਾਂ ਵਚਨਾਂ ਨੂੰ ਤੁਹਾਨੂੰ ਬਹੁਤ ਵੱਡੀ ਬਰਕਤ ਤੇ ਬਹੁਤ ਵੱਡੀ ਆਸ਼ੀਸ਼ ਦੇਣ। ਆਮੀਨ।